इस चिमनियां दे विचों धुआं कड्ढण दी गल करदे सी। मनप्रीत बादल स्टेटमेंट सी 17 दे विच उस पुल तो कहंदे हुंदे सी जांदे कि मैं इस चिमनियां विच धुआं निकलदे देखना चाहना। चिमनियां विच धुआं तां निकलिया नहीं, चिमनियां दा धुआं निकल गया। हुण ਉਹ स्टेटमेंट ਦੁਬਾਰਾ ਫਿਰ ਇਲੈਕਸ਼ਨ ਨੇ, ਹੁਣ ਕਹਿ ਸਕਣਗੇ ਮੈਂ ਧੂਆਂ ਕੱਢਣਾ ਚਿਮਨੀਆਂ ਚੋਂ। ਇਹ ਜੀ ਹੁਣ ਇੱਕ ਨਵਾਂ ਗੱਪ ਕੋਈ ਤਿਆਰ ਕਰਨਗੇ, ਜਿਵੇਂ ਫਾਰਮਾਸਿਊਟੀਕਲ ਪਾਰਕ ਦਾ ਬਹੁਤ ਛਾਤਰ ਹੈ ਇਸ ਕੰਮ ਦੇ ਵਿੱਚ, ਮੁਕਾਬਲਾ ਨਹੀਂ ਉਹਨਾਂ ਦਾ, ਕੋਈ ਸ਼ੇਅਰ ਝੂਠ ਸੁਣਾ ਕੇ ਚਲਾ ਲੈਂਦੇ। ਪਰ ਸਵਾਲ ਇਹ ਚੀਜ਼ ਦਾ, ਉਹ ਇਕੱਲਾ ਇਹ ਨਹੀਂ ਕਹਿੰਦੇ ਸੀ ਮੈਂ ਚਿਮਨੀਆਂ ਧੂਆਂ ਕੱਢੂੰਗਾ, ਉਹ ਕਹਿੰਦੇ ਸੀ ਮੇਰੇ ਅੱਖਾਂ 'ਚ ਆਂਸੂ ਆਉਂਦੇ ਆ ਜਦੋਂ ਮੈਂ ਚਿਮਨੀਆਂ ਦੇ ਵਿੱਚ ਬੰਦ ਪਈਆਂ ਚਿਮਨੀਆਂ ਵੇਖਦਾ, ਮੈਂ ਇਹਨਾਂ 'ਚ ਧੂਆਂ ਨਿਕਲਦਾ ਵੇਖਣਾ ਚਾਹੁੰਦਾ। ਮੈਂ ਚਾਹੁੰਦਾ ਲੋਕਾਂ ਨੂੰ ਰੁਜ਼ਗਾਰ ਮਿਲੇ, ਉਹਨਾਂ ਦੇ ਚੁੱਲ੍ਹੇ ਦੇ ਵਿੱਚ ਆਮਦਨ ਹੋਵੇ, ਉਹ ਚੰਗਾ ਜੀਵਨ ਜਿਉ ਸਕਣ। ਪਰ ਅਸਲ ਗੱਲ ਇਹ ਸੀ, ਉਸ ਨੂੰ ਉਹਦੇ ਅੱਖਾਂ 'ਚੋਂ ਆਂਸੂ ਨਹੀਂ, ਮਗਰਮੱਛ ਦੇ ਆਂਸੂ ਸੀ, ਉਹ ਗੁੱਸੇ ਦੇ ਆਂਸੂ ਸੀ। ਉਹ ਸੋਚਦਾ ਸੀ ਵੀ ਜੇ ਮੈਂ ਉਦੋਂ ਸਰਕਾਰ ਦੇ ਵਿੱਚੋਂ ਬਾਹਰ ਨਾ ਆਉਂਦਾ ਤੇ ਇਹਦਾ ਭੋਗ ਮੈਂ ਪਹਿਲੀ ਸਰਕਾਰ ਵੇਲੇ ਪਾ ਦੇਣਾ ਸੀ, ਪਰ ਜੇ ਹੁਣ ਮੌਕਾ ਮਿਲ ਗਿਆ ਹੁਣ ਨਹੀਂ ਛੱਡੂੰਗਾ। ਉਹੀ ਉਹਨੇ ਆਪਦਾ ਵਾਅਦਾ ਪੂਰਾ ਕੀਤਾ। ਜੇ ਸਰਕਾਰੀ ਥਰਮਲ ਪਲਾਂਟ ਹੀ ਬੰਦ ਹੋਣਗੇ, ਲੱਗਦਾ ਬਿਜਲੀ ਦੇ ਰੇਟ ਘੱਟ ਹੋਣਗੇ। ਇਹ ਮਿਸਾਲ ਹੈ, ਇਹ ਪੰਜਾਬ ਦੇ ਲੋਕਾਂ ਲਈ ਮਿਸਾਲ ਹੈ ਵੀ ਇਹ ਥਰਮਲ ਪਲਾਂਟ ਬੰਦ ਹੈ। ਜੇ ਹੋਰ ਵੀ ਸਰਕਾਰੀ ਬੰਦ ਹੋ ਗਏ ਫਿਰ ਆਉਣ ਵਾਲੇ ਦਿਨਾਂ ਵਿੱਚ ਆਸ ਕੀਤੀ ਜਾ ਸਕਦੀ ਹੈ ਬਿਜਲੀ ਦੇ ਰੇਟ ਘੱਟ ਹੋਣਗੇ। ਦੇਖੋ, ਜਿਹੜਾ ਵੀ ਪ੍ਰਾਈਵੇਟ ਪਲੇਅਰ ਹੈ, ਕੋਈ ਕਾਰਪੋਰੇਟ ਘਰਾਣਾ ਹੈ, ਉਹ ਆਪਦੇ ਘਾਟੇ ਵਾਸਤੇ ਪੰਜਾਬ 'ਚ ਕੋਈ ਬਿਜ਼ਨਸ ਨਹੀਂ ਕਰਦਾ। ਅਗਰ ਉਹ ਪ੍ਰਾਈਵੇਟ ਪਲਾਂਟ ਉਹਨਾਂ ਨੇ ਲਾਏ ਹੈ, ਸਭ ਤੋਂ ਪਹਿਲਾਂ ਉਹਨਾਂ ਦਾ ਟੀਚਾ ਸੀ ਕਿ ਜਿਹੜੇ ਪਬਲਿਕ ਸੈਕਟਰ ਦੇ ਅਦਾਰੇ ਉਹਨਾਂ ਨੂੰ ਬੰਦ ਕੀਤਾ ਜਾਵੇ। ਸਰਕਾਰੀ, ਹਾਂ, ਜਿਹੜੇ ਸਸਤੀ ਬਿਜਲੀ ਪੈਦਾ ਕਰਦੇ ਆ ਸਰਕਾਰੀ ਅਦਾਰੇ, ਇਸ ਲਈ ਪ੍ਰਾਈਵੇਟ ਅਦਾਰੇ ਤਾਂ ਹੀ ਆਪਣੀ ਬਿਜਲੀ ਮਹਿੰਗੇ ਭਾਅ ਵੇਚ ਸਕਣਗੇ। ਇਹੀ ਕਾਰਨ ਹੈ ਅੱਜ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਹੈ, ਇੰਡਸਟਰੀ ਇੱਥੋਂ ਭੱਜੀ ਜਾ ਰਹੀ ਹੈ, ਪੰਜਾਬ ਦੀ ਆਰਥਿਕਤਾ 'ਤੇ ਬੁਰਾ ਅਸਰ ਹੋ ਰਿਹਾ। ਕੱਲ੍ਹ ਨੂੰ ਇਹ ਚਿਮਨੀਆਂ ਢਾਹ ਕੇ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੀਆਂ ਜਾਂਦੀਆਂ ਨੇ, ਫਿਰ ਇਹੀ ਸਰਕਾਰ ਚਾਹੇ ਸੱਤਾ ਵਿੱਚ ਕੋਈ ਵੀ ਸਰਕਾਰ ਹੋਵੇ, ਲੱਗਦਾ ਵੀ ਵਾਕਈ ਲੋਕਾਂ ਨਾਲ ਖੜੀ ਕਿ ਪ੍ਰਾਈਵੇਟ ਕੰਪਨੀਆਂ ਨਾਲ ਖੜੀ ਹੈ। ਦੂਸਰੇ ਪਾਸੇ ਕਿਸਾਨੀ ਮੋਰਚਾ ਲੱਗਿਆ ਹੋਇਆ ਹੈ। ਸਵਾਲ ਕਿਸਾਨੀ ਮੋਰਚੇ ਦਾ ਇਹੀ ਹੈ ਵੀ ਪ੍ਰਾਈਵੇਟ ਹੱਥਾਂ ਦੇ ਕੋਲ ਅਸੀਂ ਜ਼ਮੀਨ ਨਹੀਂ ਜਾਣ ਦੇਣਾ ਚਾਹਦੀ। ਜੇ ਸਾਡੀ ਆਪਦੀ ਸਰਕਾਰ ਇਹ ਕਰਨ ਲੱਗ ਪਈ ਫਿਰ ਮੋਦੀ ਤੋਂ ਵੀ ਅਸੀਂ ਆਸ ਹੀ ਰੱਖ ਸਕਦੇ ਹਾਂ ਵੀ ਉਹ ਵੀ ਤਾਂ ਪ੍ਰਾਈਵੇਟ ਹੱਥਾਂ ਵਿੱਚ ਦਊਗਾ ਜ਼ਮੀਨ। ਜਿਹੜਾ ਮਾਂ ਪਿਓ ਆਪਦੀ ਜਾਇਦਾਦ ਵੇਚ ਕੇ ਬੱਚਿਆਂ ਨੂੰ ਕਹੇ ਮੈਂ ਤੈਨੂੰ ਐਸ਼ ਕਰਾਉਣਾ ਹੈ, ਉਹਦੀ ਆਉਣ ਵਾਲੀ ਨਸਲਾਂ ਜਿਹੜੀਆਂ ਉਹ ਚੱਲ ਨਹੀਂ ਸਕਦੀਆਂ। ਇਹ ਸਰਕਾਰ ਇਹੀ ਕਰ ਰਹੀ ਹੈ ਥਰਮਲ ਪਲਾਂਟ ਦੀ, ਇਹੀ ਕਰ ਰਹੀ ਹੈ ਸਰਕਾਰ ਥਰਮਲ ਪਲਾਂਟ ਵੇਚ ਕੇ। ਚਾਹੀਦਾ ਹੈ ਸੀ ਇੱਥੇ ਰੁਜ਼ਗਾਰ ਦੇ ਸਾਧਨ ਹੋਰ ਪੈਦਾ ਹੁੰਦੇ, ਉਹ ਖਤਮ ਕੀਤੇ ਜਾ ਰਹੇ। ਪਿੱਛੇ ਇਹ ਚਿਮਨੀਆਂ ਨੇ, ਇਹ ਸ਼ਾਇਦ ਮੈਨੂੰ ਲੱਗਦਾ ਜੋ ਦਰਸ਼ਕ ਦੇਖਦੇ ਨੇ ਇਹ ਆਖਰੀ ਵੀਡੀਓ ਹੋ ਸਕਦੀ ਹੈ, ਆਖਰੀ ਤਸਵੀਰ ਹੋ ਸਕਦੀ ਹੈ ਚਿਮਨੀਆਂ ਦੀ। ਉਸ ਵੱਲ ਡਿੱਗ ਵੀ ਸਕਦੀਆਂ ਨੇ। ਕਿੰਨੀ ਏਕੜ ਥਰਮਲ ਦੀ ਹੈਗੀ ਹੈ, ਥਰਮਲ ਪਲਾਂਟ ਦੀ ਕਿੰਨੀ ਏਕੜ ਜ਼ਮੀਨ ਹੈ ਜੋ ਸਰਕਾਰ 1 ਰੁਪਏ ਏਕੜ ਦੇ ਉੱਤੇ ਦੇਣ ਜਾ ਰਹੀ ਹੈ। ਤੁਸੀਂ ਕਹਿੰਦੇ ਹੋ ਵੀ ਟਾਟਾ ਵਾਲੇ ਨੇ ਸਰਵੇ ਕੀਤਾ। ਜੇ ਪ੍ਰਾਈਵੇਟ ਪਲੇਅਰ ਇੱਥੇ ਜ਼ਮੀਨ ਚਲੀ ਜਾਂਦੀ ਹੈ, ਕਿਸਾਨ ਇਸੇ ਗੱਲ ਦੀ ਤਾਂ ਲੜਾਈ ਲੜਦੇ ਨੇ ਦਿੱਲੀ 'ਚ ਬੈਠ ਕੇ। ਇਹ 1350 ਏਕੜ ਹੈ ਜਿਹੜੀ 1 ਰੁਪਏ ਏਕੜ ਦੇ ਉੱਤੇ ਉਹਨਾਂ ਨੇ ਲੀਜ਼ ਟੈਂਡਰ ਪਾਇਆ ਸੀਗਾ ਫਾਰਮਾਸਿਊਟੀਕਲ ਪਾਰਕ। ਇਹ ਜਿਹੜੀਆਂ ਤੁਸੀਂ ਇਹ ਟਾਵਰਸ ਦੀ ਗੱਲ ਕਰਦੇ ਹੋ, ਬੇਸ਼ੱਕ ਉਹ ਕਹਿ ਰਿਹਾ ਕਿ ਅਸੀਂ ਟਾਵਰ ਇਹ ਨਿਸ਼ਾਨੀ ਵਜੋਂ ਰੱਖਾਂਗੇ, ਪਰ ਮੈਂ ਯਕੀਨ ਨਹੀਂ ਕਰਦਾ। ਜਿਹੜੀ ਪੱਤਰਕਾਰ ਬਰਾਦਰੀ ਆ, ਜਿਹੜਾ RTI ਐਕਟੀਵਿਸਟ ਹੈਗੇ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਦੋਂ ਇਹ ਪਲਾਂਟ ਬੰਦ ਕੀਤਾ ਉਦੋਂ ਕਿੰਨੇ ਕਰੋੜ ਦਾ ਸਮਾਨ ਇਹਦੇ ਵਿੱਚ ਪਿਆ ਸੀ। ਉਹ ਜਿਹੜਾ ਲਾਸ 500-600 ਕਰੋੜ ਰੁਪਏ ਦਾ ਹੋਇਆ, ਉਸ ਨੂੰ ਕੌਣ ਖਾ ਗਿਆ? ਉਹ ਲੋਕਾਂ ਦੀ ਸਿੱਧੀ ਉਂਗਲ ਜਿਹੜੇ ਸੱਤਾਧਾਰੀ ਧਿਰ ਹੈ ਅੱਜ ਜਿਹੜੀ ਸਰਕਾਰ ਨੂੰ ਚਲਾ ਰਹੀ ਹੈ ਉਹਨਾਂ ਵੱਲੋਂ। 5000 ਜਿਹੜਾ ਵਿਅਕਤੀ ਸੀ ਇੱਥੇ ਡਾਇਰੈਕਟ ਰੁਜ਼ਗਾਰ ਕਰ ਰਿਹਾ ਸੀ। 10,000 ਦੇ ਕਰੀਬ ਹੋਰ ਜਿਹੜੇ ਬੰਦੇ ਸੀ, ਉਹ ਜਿਹੜੇ ਐਨਸਿਲਰੀ ਯੂਨਿਟ ਸੀ ਜਾਂ ਹੋਰ ਕੰਮ ਸੀ, ਕੋਈ ਰਕਸ਼ੇ ਵਾਲਾ, ਰੇਹੜੀ ਵਾਲਾ, ਇਸ ਤਰ੍ਹਾਂ ਦੇ ਜਿਹੜੇ ਕੰਮ ਸੀ ਜਾਂ ਠੇਕੇਦਾਰੀ ਸਿਸਟਮ, ਉਸ ਦੇ ਵਿੱਚੋਂ ਆਪਣੇ ਬੱਚਿਆਂ ਦਾ ਰੁਜ਼ਗਾਰ ਉਹ ਪੈਦਾ ਕਰ ਰਹੇ ਸੀ। ਬਠਿੰਡਾ ਥਰਮਲ ਪਲਾਂਟ ਦਾ ਏਸ਼ੀਆ ਦੇ ਵਿੱਚੋਂ ਕਈ ਵਾਰੀ ਫਸਟ ਆਉਣਾ ਸਾਬਤ ਕਰਦਾ ਸੀ ਕਿ ਇਸ ਨੇ ਬਠਿੰਡੇ ਨਹੀਂ ਪੰਜਾਬ ਦੇ ਲੋਕਾਂ ਨੂੰ, ਇੰਡਸਟਰੀ ਨੂੰ ਬਿਜਲੀ ਦੇ ਕੇ ਬਹੁਤ ਵੱਡੀ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਇਆ ਸੀ। ਜਿਸ ਦਿਨ ਇਹ ਪਾਵਰ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ, 550 ਸਾਲਾ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਨੂੰ ਸਮਰਪਿਤ ਸੀ। 3-4 ਮਹੀਨੇ ਹੋ ਗਏ ਇੱਥੇ ਟਾਟਾ ਜਿਹੜੀ ਕੰਪਨੀ ਹੈ ਉਹਨੂੰ ਸਰਵੇ ਕਰਕੇ 200 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ, ਪਰ ਅਜੇ ਫਾਈਨਲ ਨਹੀਂ ਹੋਈ। ਦੂਜੀ ਜ਼ਮੀਨ ਸਾਰੀ ਵਿਹਲੀ ਪਈ ਹੈ। ਅੰਬੂਜਾ ਪਲਾਂਟ ਹੈ, ਪਿਛਲੀ ਅਕਾਲੀ ਸਰਕਾਰ ਨੇ 1 ਰੁਪਏ ਲੀਜ਼ ਦੇ ਉੱਤੇ 150 ਏਕੜ ਜਗ੍ਹਾ ਦੇ ਦਿੱਤੀ। ਮੈਕਸ ਹਸਪੀਟਲ ਹੈ, 1 ਰੁਪਏ ਲੀਜ਼ ਦੇ ਉੱਤੇ ਉਹ ਜਗ੍ਹਾ ਦੇਤੀ, ਔਰ ਉਹ ਹਸਪਤਾਲ ਦਾ ਬਠਿੰਡੇ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ। ਜੇ ਉਹਦੇ ਅੰਦਰ ਕੋਈ ਇਲਾਜ ਕਰਾਉਣ ਜਾਵੇ, ਲੱਖਾਂ ਰੁਪਇਆ ਦੇ ਕੇ ਉਹ ਵਾਪਸ ਆਉਂਦਾ। ਕਿਹੜੀ ਸਰਕਾਰ ਨੇ ਹਸਪਤਾਲ ਨੂੰ ਜ਼ਮੀਨ ਦਿੱਤੀ ਸੀ? ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਜਿਹੜੀ ਪਿਛਲੇ 2017 ਤੋਂ ਪਹਿਲਾਂ ਸੀ, ਔਰ ਮਨਪ੍ਰੀਤ ਸਿੰਘ ਬਾਦਲ ਉਹ ਸਰਕਾਰ ਦਾ ਹਿੱਸਾ ਸੀ। उन्नीस सौ 1969 ਵਿੱਚ ਇੱਕ ਪ੍ਰਪੋਜ਼ਲ ਦਿੱਤੀ ਗਈ ਸੀ
ਜੋ ਕੈਮਰੇ ਅੱਗੇ ਦੇਖ ਰਹੇ ਹੋ ਇਹ ਥਰਮਲ ਪਲਾਂਟ ਦੀ ਤੇ 1976 ਵਿੱਚ ਬਣ ਕੇ ਇਹ ਤਿਆਰ ਹੋ ਜਾਂਦਾ ਹੈ। ਇਹ ਸਰਕਾਰੀ ਥਰਮਲ ਪਲਾਂਟ ਜੋ ਪਿਛਲੇ ਲਗਭਗ 7-8 ਸਾਲ ਤੋਂ ਬੰਦ ਪਿਆ ਹੈ। ਉਹ ਦੂਸਰੇ ਪਾਸੇ ਪੰਜਾਬ 'ਚ ਵੀ ਚਰਚਾ ਛਿੜ ਜਾਂਦੀ ਹੈ ਕਿ ਬਿਜਲੀ ਦੇ ਰੇਟ ਲਗਾਤਾਰ ਹੀ ਵਧਦੇ ਜਾ ਰਹੇ ਨੇ। ਇਹ ਉਹੀ ਥਰਮਲ ਪਲਾਂਟ ਦੇ ਸਾਹਮਣੇ ਉਹੀ ਪੁਲ ਹੈ, ਤੁਹਾਨੂੰ ਪੁਲ ਵੀ ਨਜ਼ਰ ਆਉਂਦਾ ਹੋਊਗਾ ਜਿੱਥੇ ਮਨਪ੍ਰੀਤ ਬਾਦਲ ਦੀ ਗੱਡੀ ਲੰਘਦੀ ਸੀ ਤੇ ਮਨਪ੍ਰੀਤ ਬਾਦਲ ਕਹਿੰਦੇ ਸੀ ਇਹਨਾਂ ਚਿਮਨੀਆਂ 'ਚੋਂ, ਇਹਨਾਂ ਬੰਦ ਚਿਮਨੀਆਂ 'ਚੋਂ ਉਹ ਧੂਆਂ ਕੱਢਣਾ ਚਾਹੁੰਦੇ ਨੇ, ਯਾਨੀ ਕਿ ਜੋ ਰੋਜ਼ਗਾਰ ਦੇ ਲੋਕਾਂ ਨੂੰ ਦੇਣਾ ਚਾਹੁੰਦੇ ਨੇ। ਪਰ ਇਸ ਚਿਮਨੀ ਵਿੱਚੋਂ ਧੂਆਂ ਤਾਂ ਨਹੀਂ ਨਿਕਲਿਆ, ਇਹਨਾਂ ਚਿਮਨੀਆਂ ਦੇ ਵਿੱਚੋਂ ਧੂਆਂ ਨਿਕਲ ਗਿਆ। ਤੇ ਦੂਸਰੇ ਪਾਸੇ ਜੇ ਸਰਕਾਰ ਵਾਕਈ ਚਾਹੁੰਦੀ ਹੈ ਕਿ ਬਿਜਲੀ ਦੇ ਰੇਟ ਘੱਟ ਹੋਣ, ਸਭ ਤੋਂ ਪਹਿਲਾਂ ਤਾਂ ਵੱਡਾ ਸਵਾਲ ਹੈ ਇਹਨੂੰ ਬੰਦ ਕਰਨਾ ਮਤਲਬ ਕੀ ਹੈ, ਇਹ ਬੰਦ ਕਿਉਂ ਹੋ ਰਿਹਾ। ਕਈ ਵਿਅਕਤੀ ਜੋ ਬੇਰੁਜ਼ਗਾਰ ਹੋਏ ਨੇ ਤੇ ਕਈਆਂ ਨੂੰ ਤਾਂ ਨੌਕਰੀ ਮਿਲ ਗਈ, ਪਰ ਉਸ ਤੋਂ ਜ਼ਿਆਦਾ ਬੇਰੁਜ਼ਗਾਰ ਹੋ ਗਏ ਨੇ। ਜੇ ਵਾਕਈ ਕੋਈ ਸਿਆਸੀ ਪਾਰਟੀ ਇਹ ਚਾਹੁੰਦੀ ਹੈ ਕਿ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਨੇ, ਫਿਰ ਸਰਕਾਰੀ ਥਰਮਲ ਪਲਾਂਟ ਬੰਦ ਹੋਣ ਦਾ ਕਾਰਨ ਕੀ ਹੈ। ਉਹ ਦੂਸਰੀ ਗੱਲ ਤੁਹਾਨੂੰ ਯਾਦ ਹੋਣਾ, ਇੱਕ ਬਿਆਨ ਆਇਆ ਸੀ ਕਿ ਇਸੇ ਥਰਮਲ ਪਲਾਂਟ ਦੀ ਜੋ ਜ਼ਮੀਨ ਹੈ 1 ਰੁਪਏ ਦੇ ਹਿਸਾਬ ਨਾਲ, 1 ਰੁਪਏ ਏਕੜ ਦੇ ਹਿਸਾਬ ਨਾਲ ਦਿੱਤੀ ਜਾਏਗੀ। ਇਹ ਵੀ ਸਟੇਟਮੈਂਟ ਕੱਢ ਕੇ ਮਨਪ੍ਰੀਤ ਬਾਦਲ ਦੀਆਂ ਦੇਖ ਸਕਦੇ ਹੋ ਕਿ ਵਾਕਈ ਕੋਈ ਸਿਆਸੀ ਪਾਰਟੀ ਜਦੋਂ ਵੀ ਕੋਈ ਸਰਕਾਰੀ ਜ਼ਮੀਨ ਵੇਚਦੀ ਹੈ ਉਹ ਆਮ ਲੋਕਾਂ ਨੂੰ ਫਾਇਦਾ ਹੁੰਦਾ ਹੈ। ਤੁਹਾਨੂੰ ਬਾਦਲ ਸਰਕਾਰ ਵੇਲੇ ਵੀ 2 ਇਹੋ ਜਿਹੀ ਜ਼ਮੀਨਾਂ ਵੇਚੀਆਂ ਗਈਆਂ ਜੋ 1 ਰੁਪਏ ਲੀਜ਼ ਤੇ ਦਿੱਤੀ ਗਈ ਹੈ। ਕਿਸ ਕੋਲ ਹੈ ਤੁਹਾਨੂੰ ਦੱਸਣਗੇ ਜਗਰੂਪ ਸਿੰਘ ਜੋ ਕਿ ਬਠਿੰਡਾ ਦੇ ਵਾਸੀ ਨੇ। ਇਹਨਾਂ ਨਾਲ ਗੱਲਬਾਤ ਕਰਾਂਗੇ। ਪਹਿਲਾਂ ਕੋਸ਼ਿਸ਼ ਕਰਾਂਗੇ ਕਿ ਇਹ ਪ੍ਰਪੋਜ਼ਲ ਦਿੱਤੀ ਗਈ ਸੀ, ਇਸ ਦਾ ਬਣਾਉਣ ਦਾ ਮਤਲਬ ਕੀ ਸੀ, ਕਿ ਵਾਕਈ ਬਿਜਲੀ ਦੇ ਰੇਟ ਘੱਟ ਕਰਨ ਦਾ ਮਤਲਬ ਸੀ ਕਿ ਵਾਕਈ ਉਸ ਸਮੇਂ ਬਿਜਲੀ ਦੀ ਇੰਨੀ ਲੋੜ ਵੱਧ ਗਈ ਸੀ ਕਿ ਇਹ ਥਰਮਲ ਬਣਨੇ ਚਾਹੀਦੇ ਸਨ। ਜਗਰੂਪ ਸਿੰਘ ਸਾਡੇ ਨਾਲ ਨੇ, ਆਪਾਂ ਨਾਲ ਗੱਲਬਾਤ ਕਰਾਂਗੇ। ਸਰ, ਪੰਜਾਬ ਨਿਊਜ਼ 'ਤੇ ਬਹੁਤ ਬਹੁਤ ਸਵਾਗਤ ਹੈ। ਵਿਜੇ ਜੀ, ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਪੰਜਾਬ ਨਿਊਜ਼ ਦਾ। ਤੁਸੀਂ ਐਡੇ ਭਖਦੇ ਮੁੱਦੇ ਨੂੰ, ਜਿਹੜਾ ਅੱਜ ਬਠਿੰਡੇ ਦਾ ਬਹੁਤ ਭਖਦਾ ਮੁੱਦਾ ਹੈ ਔਰ ਬਿਜਲੀ ਜਿਹੜਾ ਪੰਜਾਬ ਦਾ ਭਖਦਾ ਮੁੱਦਾ, ਉਸ ਦੇ ਉੱਤੇ ਗੱਲਬਾਤ ਕਰਨ ਲਈ ਤੁਸੀਂ ਆਏ ਹੋ। ਅਸੀਂ ਜਿੱਥੇ ਖੜ੍ਹੇ ਹਾਂ, ਮੈਨੂੰ ਬੜਾ ਪੁਰਾਣਾ ਸਮਾਂ ਯਾਦ ਆ ਰਿਹਾ। ਇਹ ਟਿੱਬਿਆਂ ਦਾ ਸ਼ਹਿਰ ਸੀ। ਜਿੱਥੇ ਅਸੀਂ ਖੜ੍ਹੇ ਹਾਂ ਇੱਥੇ ਟਿੱਬੇ ਸੀ, ਪਰ 1969 ਦੇ ਵਿੱਚ ਉਸ ਸਮੇਂ ਦੀ ਸਰਕਾਰ ਨੇ, ਜਿਹੜੀ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ, ਸਰਦਾਰ ਲਛਮਣ ਸਿੰਘ ਗਿੱਲ ਨੇ ਉਸ ਸਮੇਂ ਇੱਥੇ ਫਕੀਰ ਚੰਦ ਗੁਪਤਾ ਬਠਿੰਡੇ ਤੋਂ MLA ਸੀਗੇ, ਉਹ ਡਿਪਟੀ ਮੰਤਰੀ ਸੀ ਇੰਡਸਟਰੀ ਦੇ। ਉਹਨਾਂ ਨੇ ਇਸ ਪ੍ਰੋਜੈਕਟ ਨੂੰ ਲਿਆਉਣ ਵਾਸਤੇ ਪ੍ਰਪੋਜ਼ਲ ਤਿਆਰ ਕੀਤੀ ਔਰ 1974 ਦੇ ਵਿੱਚ ਜਦੋਂ ਸਰਦਾਰ ਗਿਆਨੀ ਜੈਲ ਸਿੰਘ ਜੀ ਮੁੱਖ ਮੰਤਰੀ ਬਣ ਗਏ ਸੀ ਪੰਜਾਬ ਦੇ, 1974 ਦੇ ਵਿੱਚ ਇਸ ਪਹਿਲੇ ਯੂਨਿਟ ਦਾ ਉਦਘਾਟਨ ਕੀਤਾ ਗਿਆ ਸੀ। ਉਹ ਲਾਉਣ ਦਾ ਮੁੱਖ ਮੰਤਵ ਸੀ, ਇੱਕ ਤਾਂ ਇੰਡਸਟਰੀ ਤੋਂ ਬਿਨਾਂ ਰੋਜ਼ਗਾਰ ਸੰਭਵ ਨਹੀਂ ਸੀ, ਦੂਜਾ ਜਿਹੜਾ ਇੱਥੇ ਜਿਹੜੀ ਇੰਡਸਟਰੀ ਹੈ ਇਸ ਦੇ ਨਾਲ ਸ਼ਹਿਰ ਨੂੰ ਜਾਂ ਪੰਜਾਬ ਦੀ ਡਿਵੈਲਪਮੈਂਟ ਹੋਣੀ ਸੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਇਹ ਥਰਮਲ ਪਲਾਂਟ ਇੱਥੇ ਲੱਗਿਆ, 5000 ਜਿਹੜਾ ਵਿਅਕਤੀ ਸੀ ਇੱਥੇ ਡਾਇਰੈਕਟ ਰੁਜ਼ਗਾਰ ਕਰ ਰਿਹਾ ਸੀ। 10000 ਦੇ ਕਰੀਬ ਹੋਰ ਜਿਹੜੇ ਬੰਦੇ ਸੀ, ਉਹ ਜਿਹੜੇ ਐਨਸਿਲਰੀ ਯੂਨਿਟ ਸੀ ਜਾਂ ਹੋਰ ਕੰਮ ਸੀ, ਕੋਈ ਰਕਸ਼ੇ ਵਾਲਾ, ਰੇਹੜੀ ਵਾਲਾ, ਇਸ ਤਰ੍ਹਾਂ ਦੇ ਜਿਹੜੇ ਕੰਮ ਸੀ ਜਾਂ ਠੇਕੇਦਾਰੀ ਸਿਸਟਮ, ਉਸ ਦੇ ਵਿੱਚੋਂ ਆਪਣੇ ਬੱਚਿਆਂ ਦਾ ਰੁਜ਼ਗਾਰ ਉਹ ਪੈਦਾ ਕਰ ਰਹੇ ਸੀ। ਔਰ ਇਹ ਉਸ ਸਮੇਂ ਪੰਜਾਬ ਦੇ ਵਿੱਚ ਬਿਜਲੀ ਦੀ ਬੜੀ ਵੱਡੀ ਘਾਟ ਸੀ। ਬਠਿੰਡਾ ਥਰਮਲ ਪਲਾਂਟ ਦਾ ਏਸ਼ੀਆ ਦੇ ਵਿੱਚੋਂ ਕਈ ਵਾਰੀ ਫਸਟ ਆਉਣਾ ਸਾਬਤ ਕਰਦਾ ਸੀ ਕਿ ਇਸ ਨੇ ਬਠਿੰਡੇ ਨਹੀਂ, ਪੰਜਾਬ ਦੇ ਲੋਕਾਂ ਨੂੰ, ਇੰਡਸਟਰੀ ਨੂੰ ਬਿਜਲੀ ਦੇ ਕੇ ਬਹੁਤ ਵੱਡੀ ਡਿਵੈਲਪਮੈਂਟ ਦੇ ਵਿੱਚ ਹਿੱਸਾ ਪਾਇਆ ਸੀ। ਅੱਛਾ ਸਰ, ਗੱਲ ਹੁਣ ਕਰੀਏ ਉਸ ਸਮੇਂ ਦੀ ਕਰ ਰਹੇ ਹੋ, ਕਿਹੜੇ ਇਨਾਮ ਦਿੱਤੇ ਗਏ ਸੀ ਇਸ ਥਰਮਲ ਪਲਾਂਟ ਨੂੰ ਲੱਗਣ ਤੋਂ ਬਾਅਦ ਇੰਡਸਟਰੀ ਦੇ ਵਿੱਚ? ਇੰਡਸਟਰੀ ਦੇ ਵਿੱਚ ਨਹੀਂ, ਇਹਦੀ ਪ੍ਰੋਡਕਸ਼ਨ ਜਿਹੜੀ ਸੀ ਉਹ ਏਸ਼ੀਆ 'ਚ ਇਹ 2-3 ਵਾਰੀ ਫਸਟ ਆਇਆ ਜਿਹੜਾ ਇਹ ਪਲਾਂਟ ਹੈ। ਔਰ ਜਦੋਂ ਹੁਣ ਇਹ ਤੋੜਨ ਦੀ ਗੱਲ ਆਈ ਹੈ, ਇਹਦੇ ਰੀਜਨ ਦੱਸਦੇ ਜਿਹੜੇ ਮਨਪ੍ਰੀਤ ਸਿੰਘ ਬਾਦਲ ਸਾਡੇ ਫਾਈਨਾਂਸ ਮਿਨਿਸਟਰ ਨੇ, ਇਹ ਪਹਿਲਾਂ ਵੀ ਫਾਈਨਾਂਸ ਮਿਨਿਸਟਰ ਹੈ ਅਕਾਲੀ ਗਵਰਨਮੈਂਟ ਵੇਲੇ। ਉਸ ਸਮੇਂ 3 PPA ਹੋਏ, ਪਾਵਰ ਜਿਹੜੇ ਪਰਚੇਜ਼ ਐਗਰੀਮੈਂਟ 2008 ਦੇ ਵਿੱਚ ਹੋਏ, 2009 ਦੇ ਵਿੱਚ ਹੋਏ, 2010 ਦੇ ਵਿੱਚ ਹੋਏ। ਔਰ ਉਹਨਾਂ ਨੇ ਜਿਹੜੇ ਪਾਵਰ ਐਗਰੀਮੈਂਟ ਕੀਤੇ ਉਹ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ, ਗੋਇੰਦਵਾਲ, ਤਲਵੰਡੀ ਸਾਬੋ ਤੇ ਨਾਭਾ ਪਾਵਰ ਪਲਾਂਟ ਦੇ ਨਾਲ। ਦੱਸਿਆ ਗਿਆ ਜਦੋਂ ਹੁਣ ਪਾਵਰ ਪਲਾਂਟ ਇਹ ਬੰਦ ਕਰਨਾ ਸੀ ਜਾਂ ਖ਼ਤਮ ਕਰਨਾ ਸੀ ਕਿ ਬਿਜਲੀ ਜਿਹੜੀ ਹੈ ਉਹ 7 ਰੁਪਏ ਜਿਹੜੀ ਹੈ ਪਰ ਯੂਨਿਟ ਪੈਂਦੀ ਹੈ, ਜਿਹੜੀ ਕਿ ਸਰਾਸਰ ਗਲਤ ਸੀ। ਅਸੈਂਬਲੀ ਦੇ ਵਿੱਚ ਕੁਐਸਚਨ ਆਇਆ ਸੀ, ਸਰ ਗੁਰਪ੍ਰੀਤ ਸਿੰਘ ਕਾਂਗੜ ਉਦੋਂ ਮੰਤਰੀ ਹੁੰਦੇ ਸੀ, ਬਿਜਲੀ ਮੰਤਰੀ, ਕਿ ਬਿਜਲੀ ਕੀ ਰੇਟ ਪੈਂਦੀ ਹੈ। ਉਹਨਾਂ ਨੇ ਦੱਸਿਆ ਸੀ ਕਿ 4 ਰੁਪਏ 76 ਪੈਸੇ ਪਰ ਯੂਨਿਟ ਬਿਜਲੀ ਪੈਂਦੀ ਹੈ
ਔਰ ਇਸ ਪਾਵਰ ਪਲਾਂਟ ਦੇ ਉੱਤੇ ਬੰਦ ਕਰਨ ਤੋਂ ਪਹਿਲਾਂ ਆਹ ਸਰਕਾਰ ਜਿਹੜੀ 2017 ਦੀ ਆਈ, ਉਸ ਤੋਂ ਸਿਰਫ 4-5 ਮਹੀਨੇ ਪਹਿਲਾਂ ਇਸ ਨੂੰ ਰੈਨੋਵੇਟ ਕਰਕੇ 737 ਕਰੋੜ ਰੁਪਇਆ ਇਸ 'ਤੇ ਖਰਚ ਕੀਤਾ ਗਿਆ ਸੀ। ਔਰ ਇੰਜੀਨੀਅਰ ਨੇ ਕਿਹਾ ਸੀ ਕਿ ਇਹ ਪਾਵਰ ਪਲਾਂਟ ਜਿਹੜਾ 2031 ਤੱਕ ਇਹ ਬਿਜਲੀ ਪੈਦਾ ਕਰ ਸਕਦਾ ਹੈ ਔਰ ਜਿਹੜਾ ਬਹੁਤ ਚੀਪ ਬਿਜਲੀ ਦੇਗਾ। ਪਰ ਦੂਜੇ ਪਾਸੇ ਜਿਹੜੀ ਉਸ ਸਮੇਂ ਗੋਇੰਦਵਾਲ ਪ੍ਰੋਜੈਕਟ ਤੋਂ ਇਹਨਾਂ ਨੇ ਬਿਜਲੀ ਖਰੀਦੀ, ਉਹ 5 ਰੁਪਏ 67 ਪੈਸੇ ਬਿਜਲੀ ਖਰੀਦੀ, ਜਿਹੜੀ ਮਹਿੰਗੀ ਬਿਜਲੀ ਸੀ। ਸੁਖਵੀਰ ਪਾਵਰ ਪਲਾਂਟ ਜੈਤੋ ਸੀ, ਪ੍ਰਾਈਵੇਟ ਪਾਵਰ ਪਲਾਂਟ ਹੈ, 8 ਰੁਪਏ ਪਰ ਯੂਨਿਟ ਖਰੀਦੀ ਸੀ। ਔਰ ਇਸ ਤਰ੍ਹਾਂ ਜਿਹੜੀ ਪ੍ਰਾਈਵੇਟ ਪਾਵਰ ਪਲਾਂਟਾਂ ਤੋਂ ਬਿਜਲੀ ਖਰੀਦਣੀ ਔਰ ਇਸ ਨੂੰ ਬੰਦ ਕਰਨਾ, ਇਹ ਨੀਅਤ ਔਰ ਨੀਤੀ ਦੇ ਵਿੱਚ ਫਰਕ ਦਰਸਾਉਂਦਾ ਹੈ। ਕਿਉਂਕਿ ਮਨਪ੍ਰੀਤ ਸਿੰਘ ਬਾਦਲ ਜਦੋਂ ਇੱਥੇ ਚੋਣ ਲੜੇ ਸੀ ਅਸੈਂਬਲੀ ਦੀ, ਮੈਂ ਵੀ ਉਹਨਾਂ ਦਾ ਇੱਕ ਹਿੱਸਾ ਸੀ, ਮੇਰਾ ਵੀ ਇੱਕ ਯੋਗਦਾਨ ਸੀ ਉਹਨਾਂ ਦੀ ਜਿੱਤ ਦੇ ਵਿੱਚ। ਅਸੀਂ ਇਸ ਆਸ ਨਾਲ ਉਹਨਾਂ ਦੇ ਨਾਲ ਲੱਗੇ ਸੀ, ਉਹਨਾਂ ਦੀ ਮਦਦ ਕਰ ਰਹੇ ਸੀ, ਪਾਰਟੀ ਕਰਕੇ ਵੀ ਖਾਸ ਤੌਰ 'ਤੇ ਉਹਨਾਂ ਦੀ, ਕਿ ਇਹਨਾਂ ਦਾ ਵਿਜ਼ਨ ਹੈ। ਪੜ੍ਹੇ ਲਿਖੇ ਬਹੁਤ ਨੇ, ਇਹ ਕਹਿੰਦੇ ਸੀ ਆਪਾਂ ਇਸ ਪਾਵਰ ਪਲਾਂਟ ਨੂੰ 3 ਮਹੀਨਿਆਂ ਦੇ ਵਿੱਚ ਆ ਕੇ ਚਾਲੂ ਕਰ ਦਿਆਂਗੇ। ਜਿਹੜਾ ਇੱਥੇ ਬੇਰੁਜ਼ਗਾਰ ਹੋ ਰਹੇ ਆ ਲੋਕ, ਉਹਨਾਂ ਨੂੰ ਹੋਰ ਨੌਕਰੀਆਂ ਮਿਲਣਗੀਆਂ। ਪਰ ਹੋਇਆ ਉਸ ਦੇ ਉਲਟ, ਇੱਥੋਂ ਹਜ਼ਾਰਾਂ ਬੰਦੇ ਜਿਹੜੇ ਸ਼ਿਫਟ ਕਰ ਦਿੱਤੇ ਗਏ, ਕੰਮ ਬੰਦ ਹੋ ਗਏ, ਠੇਕੇਦਾਰੀ ਸਿਸਟਮ ਬੰਦ ਹੋ ਗਿਆ, ਲੋਕ ਆਪਣੇ ਘਰਾਂ 'ਚ ਬੈਠੇ ਆ, ਉਹ ਰੁਜ਼ਗਾਰ ਨੂੰ ਉਡੀਕਦੇ ਆ। ਔਰ ਖ਼ਾਸ ਤੌਰ 'ਤੇ ਮੈਂ ਤੁਹਾਨੂੰ ਦੱਸਾਂ, ਜਿਸ ਦਿਨ ਇਹ ਪਾਵਰ ਪਲਾਂਟ ਦਾ ਨੀਂਹ ਪੱਥਰ ਰੱਖਿਆ ਗਿਆ, 550 ਸਾਲਾ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁਰਬ ਨੂੰ ਸਮਰਪਿਤ ਸੀ। ਬੜੇ ਦੁੱਖ ਦੀ ਗੱਲ ਹੈ, 3 ਸਤੰਬਰ ਨੂੰ ਜਦੋਂ 9ਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪੁਰਬ ਮਨਾਉਣ ਵਾਸਤੇ ਪੰਜਾਬ ਵਿਧਾਨ ਸਭਾ ਨੇ ਮਤਾ ਪਾਸ ਕੀਤਾ, ਜਿਹੜਾ ਜਿਹਦੀ ਨਿਉ ਬਾਬੇ ਨਾਨਕ ਦੀ ਪੁਰਬ ਦੇ ਸਮੇਂ ਇੱਥੇ ਰੱਖੀ ਗਈ ਸੀ 1969 ਦੇ ਵਿੱਚ, ਉਸ ਦਿਨ ਇਹਨਾਂ ਚਿਮਨੀਆਂ ਨੂੰ ਤੋੜਿਆ ਗਿਆ। ਲੋਕਾਂ ਦੇ ਦਿਲ ਰੋ ਰਹੇ ਸੀ। ਮੈਨੂੰ ਬੜੇ ਫੋਨ ਆਏ, ਜਿਹੜੇ ਇੱਥੇ ਮੁਲਾਜ਼ਮ ਪਹਿਲਾਂ ਕੰਮ ਕਰਕੇ ਗਏ, ਮੈਨੂੰ ਵਿਦੇਸ਼ਾਂ 'ਚੋਂ ਫੋਨ ਆਏ, ਜਿਹੜੇ ਇੱਥੋਂ SDO ਛੱਡ ਕੇ ਚਲੇ ਗਏ ਸੀ। ਉਹ ਕਹਿੰਦੇ ਸਾਡਾ ਅੱਜ ਦਿਲ ਰੋ ਰਿਹਾ ਦੇਖ ਕੇ ਕਿ ਜਿਸ ਪਾਵਰ ਪ੍ਰੋਜੈਕਟ ਪਲਾਂਟ ਤੋਂ ਸਾਡੇ ਬੱਚਿਆਂ ਦਾ ਰੁਜ਼ਗਾਰ ਚੱਲਿਆ, ਸਾਡੇ ਬੱਚਿਆਂ ਦੀ ਪੜ੍ਹਾਈ ਅਸੀਂ ਇੱਥੋਂ ਕੀਤੀ, ਅਸੀਂ ਇੱਥੇ ਘਰ ਪਾਏ, ਆਪਣੇ ਆਪ ਨੂੰ ਪਾਲਿਆ, ਬੱਚਿਆਂ ਦੇ ਪੇਟ ਪਾਲੇ, ਜਦੋਂ ਉਹਦੀਆਂ ਚਿਮਨੀਆਂ ਅਸੀਂ ਡਿੱਗਦੀਆਂ ਦੇਖੀਆਂ ਨੇ ਤਾਂ ਸਾਡੇ ਦਿਲ ਨੂੰ ਇੱਕ ਖੌਲ ਪੈਂਦਾ ਸੀ। ਔਰ ਇੱਥੇ ਰੀਅਲੀ ਜਿਹੜੇ ਹੈ ਪੁਰਾਣੇ ਜਿਹੜੇ ਮੁਲਾਜ਼ਮ ਅੱਜ ਇੱਥੇ ਵੱਸਦੇ ਆ, ਮੇਰੇ ਆਪਦੇ ਏਰੀਏ 'ਚ ਵੀ ਵੱਸਦੇ ਆ, ਉਹ ਰੋ ਰਹੇ ਸੀ ਕਿ ਅਸੀਂ ਬਿਹਾਰ, ਯੂਪੀ, ਬੰਗਾਲ, ਉੜੀਸਾ ਦੇ ਵਿੱਚੋਂ ਆ ਕੇ ਇੱਥੇ ਕੰਮ ਸ਼ੁਰੂ ਕੀਤਾ ਔਰ ਅਸੀਂ ਥੋੜ੍ਹੀ ਦਿਹਾੜੀ ਦੇ ਵਿੱਚ ਉਦੋਂ 350 ਰੁਪਏ 400 ਰੁਪਏ ਮਹੀਨੇ ਦੇ ਬਣਦੇ ਸੀ, ਜਦੋਂ ਇੱਥੇ ਇੱਟਾਂ ਚੱਕ ਕੇ ਇਸ ਪਾਵਰ ਪਲਾਂਟ ਨੂੰ ਬਣਾਇਆ ਸੀ। ਅੱਜ ਅਸੀਂ 35-30 ਹਜ਼ਾਰ ਰੁਪਇਆ ਪੈਨਸ਼ਨ ਲੈ ਰਹੇ ਹਾਂ। ਸਾਡੇ ਬੱਚੇ ਕੋਈ PhD ਕਰ ਗਿਆ, ਕੋਈ ਇੰਜੀਨੀਅਰ ਬਣ ਗਿਆ, ਕੋਈ ਪ੍ਰੋਫੈਸਰ ਬਣ ਗਿਆ, ਉਹ ਸਾਰੀ ਇਸ ਪਾਵਰ ਪਲਾਂਟ ਦੀ ਬਦੌਲਤ ਹੈ। ਉਹ ਬੜੇ ਮਜਬੂਰ ਸੀ ਔਰ ਉਹਨਾਂ ਦਾ ਜਿਹੜਾ ਦੁੱਖ ਹੈ ਉਹ ਝੱਲਿਆ ਨਹੀਂ ਸੀ ਜਾ ਰਿਹਾ। ਮੈਂ ਇਹ ਦੁੱਖ ਉਹਨਾਂ ਨਾਲ ਸਾਂਝਾ ਵੀ ਕੀਤਾ। ਮੈਂ ਪਿੱਛੇ ਜੇ ਇੱਕ ਆਪਦੀ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਮੈਂ ਪਛਤਾਪ ਕਾਨਫਰੰਸ ਕੀਤੀ ਸੀ ਕਿ ਅਸੀਂ ਇਸ ਗੁਨਾਹ ਦੇ ਨਾਲ ਭਾਗੀ ਹਾਂ ਕਿ ਮਨਪ੍ਰੀਤ ਸਿੰਘ ਬਾਦਲ ਨੂੰ ਅਸੀਂ ਇੱਥੋਂ ਉਦੋਂ ਪੂਰੇ ਜ਼ੋਰ ਨਾਲ ਜਿਤਾ ਕੇ ਭੇਜਿਆ। ਹੁਣ ਉਹ ਬੜਾ ਪੜ੍ਹਿਆ ਲਿਖਿਆ ਬੰਦਾ ਹੈ, ਝੂਠ ਮਾਰਨ ਦੇ ਵਿੱਚ ਵਰਗਲਾ ਕੇ ਗੱਲਾਂ ਕਰਨ ਦੇ ਬੜਾ ਮਾਹਰ ਹੈ। ਉਸ ਨੇ ਪਿੱਛੇ ਜੇ ਲੋਕਾਂ ਦੇ ਵਿੱਚ ਇੱਕ ਨਵੀਂ ਗੱਲ ਛੱਡੀ ਕਿ ਇੱਥੇ ਮੈਂ ਫਾਰਮਾਸਿਊਟੀਕਲ ਪਾਰਕ ਲਿਆਉਂਗਾ, ਜਿੱਥੇ 24 ਆਵਰ ਦਵਾਈਆਂ ਦੀਆਂ ਫੈਕਟਰੀਆਂ ਚੱਲਣਗੀਆਂ ਔਰ ਇੱਥੇ 2 ਲੱਖ ਬੰਦਾ ਕੰਮ ਕਰੂਗਾ, 2 ਲੱਖ ਬੰਦੇ ਨੂੰ ਰੁਜ਼ਗਾਰ ਮਿਲੂਗਾ। ਪਰ ਉਹਦੇ ਉਲਟ ਹੋਇਆ ਕੀ ਹੈ, 3-4 ਮਹੀਨੇ ਹੋ ਗਏ, ਇੱਥੇ ਟਾਟਾ ਜਿਹੜੀ ਕੰਪਨੀ ਹੈ ਉਹਨੂੰ ਸਰਵੇ ਕਰਕੇ 200 ਏਕੜ ਜ਼ਮੀਨ ਦਿੱਤੀ ਜਾ ਰਹੀ ਹੈ, ਪਰ ਹਜੇ ਫਾਈਨਲ ਨਹੀਂ ਹੋਈ। ਦੂਜੀ ਜ਼ਮੀਨ ਸਾਰੀ ਵਿਹਲੀ ਪਈ ਹੈ। ਅੰਬੂਜਾ ਪਲਾਂਟ ਹੈ, ਪਿਛਲੀ ਅਕਾਲੀ ਸਰਕਾਰ ਨੇ 1 ਰੁਪਏ ਲੀਜ਼ ਦੇ ਉੱਤੇ 150 ਏਕੜ ਜਗ੍ਹਾ ਦੇਤੀ। ਮੈਕਸ ਹਸਪੀਟਲ ਹੈ, 1 ਰੁਪਏ ਲੀਜ਼ ਦੇ ਉੱਤੇ ਉਹ ਜਗ੍ਹਾ ਦੇਤੀ ਔਰ ਉਹ ਹਸਪਤਾਲ ਦਾ ਬਠਿੰਡੇ ਦੇ ਲੋਕਾਂ ਨੂੰ ਕੋਈ ਫਾਇਦਾ ਨਹੀਂ। ਜੇ ਉਹਦੇ ਅੰਦਰ ਕੋਈ ਇਲਾਜ ਕਰਾਉਣ ਜਾਵੇ, ਲੱਖਾਂ ਰੁਪਇਆ ਦੇ ਕੇ ਉਹ ਵਾਪਸ ਆਉਂਦਾ। ਕਿਹੜੀ ਸਰਕਾਰ ਨੇ ਹਸਪਤਾਲ ਨੂੰ ਜ਼ਮੀਨ ਦਿੱਤੀ ਸੀ? ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ, ਜਿਹੜੀ ਪਿਛਲੇ 2017 ਤੋਂ ਪਹਿਲਾਂ ਸੀ ਔਰ ਮਨਪ੍ਰੀਤ ਸਿੰਘ ਬਾਦਲ ਉਹ ਸਰਕਾਰ ਦਾ ਹਿੱਸਾ ਸੀ। ਉਹਨਾਂ ਨੇ ਕਿੰਨੇ ਰੁਪਏ ਲੀਜ਼ ਦਿੱਤੀ ਸੀ? ਹੁਣ ਜਿਵੇਂ ਪਿੱਛੇ ਥਰਮਲ ਨੇ, ਹੁਣ 1 ਰੁਪਏ ਲੀਜ਼ ਦੀ ਗੱਲ ਚੱਲੀ ਸੀ, ਤੁਹਾਨੂੰ ਯਾਦ ਹੋਣਾ, 1 ਰੁਪਏ ਕਿਹਾ ਗਿਆ ਸੀ। ਫਿਰ ਤੁਸੀਂ ਹਸਪਤਾਲ ਦਾ ਵੀ ਨਾਮ ਲੈ ਰਹੇ ਹੋ, ਕਿੰਨੀ ਰੁਪਏ ਦੀ ਜ਼ਮੀਨ ਤੇ ਦਿੱਤੀ ਗਈ ਸੀ ਏਕੜ? ਹਸਪਤਾਲ ਜਿਹੜੀ ਮੈਕਸ ਹਸਪੀਟਲ ਵਾਲੀ ਹੈ 1 ਰੁਪਏ ਇਕੱਲੇ ਤੇ ਹੀ, ਏਕੜ ਨਹੀਂ, 1 ਰੁਪਏ ਲੀਜ਼ ਦੇ ਉੱਤੇ।
ਔਰ ਜਿਹੜੀ ਇਹ ਹੈਗੀ ਸੀਮੈਂਟ ਫੈਕਟਰੀ ਵਾਲੀ ਅੰਬੂਜਾ ਵਾਲੀ ਇਹ ਵੀ 1 ਰੁਪਏ ਤੇ ਸਾਰੀ ਜ਼ਮੀਨ 1 ਰੁਪਏ ਦਿੱਤੀ। ਇਹ 1 ਰੁਪਏ ਪਰ ਏਕੜ ਤੇ ਟੈਂਡਰ ਕਹਿੰਦੇ ਅਸੀਂ ਫਲੋਟ ਕੀਤਾ। ਲੋਕਾਂ ਨੂੰ ਕੀ ਫਾਇਦਾ ਹੋਇਆ ਉਹਦਾ? ਲੋਕਾਂ ਨੂੰ ਕੋਈ ਇਹੀ ਤਾਂ ਅਸੀਂ ਕਹਿ ਰਹੇ ਹਾਂ ਕਿ ਲੋਕਾਂ ਦੀ ਜ਼ਮੀਨ ਲੋਕਾਂ ਤੋਂ ਐਕੁਇਸ਼ਨ ਕੀਤੀ, ਲੋਕ ਇੱਥੋਂ ਡਿਸਲੋਕੇਟ ਹੋਏ, ਬਠਿੰਡਾ ਸ਼ਹਿਰ ਛੱਡ ਕੇ ਉਹਨਾਂ ਨੂੰ ਰਾਜਸਥਾਨ ਹਰਿਆਣੇ ਜਾ ਕੇ ਜ਼ਮੀਨਾਂ ਖਰੀਦੀਆਂ ਪਈਆਂ। ਉਹਨਾਂ ਦੇ ਬੱਚਿਆਂ ਨੂੰ ਇਹਦਾ ਕੋਈ ਫਾਇਦਾ ਨਹੀਂ ਮਿਲ ਸਕਿਆ ਔਰ ਨਾ ਹੀ ਅੱਜ ਇਹਦਾ ਫਾਇਦਾ ਹੈ। ਉਹ ਇੰਨੀ ਮਹਿੰਗੀ ਜ਼ਮੀਨ ਹੁਣ ਜਦੋਂ ਸ਼ਹਿਰ ਡਿਵੈਲਪ ਕਰ ਰਿਹਾ ਉਹ ਇਹ ਪ੍ਰਾਈਵੇਟ ਜਿਹੜੇ ਪਲੇਅਰ ਹੈ ਵੱਡੇ ਉੱਤੇ, ਕਿਉਂਕਿ ਕਾਰਪੋਰੇਟ ਘਰਾਣੇ ਹੈ, ਉਹਨਾਂ ਤੋਂ ਉਤਲੇ ਪੱਧਰ ਦੇ ਉੱਤੇ ਮੈਂ ਨਹੀਂ ਕਹਿ ਸਕਦਾ ਕਿ ਕੀ ਹੌਚ ਪੌਚ ਹੋ ਰਿਹਾ, ਇਹਨਾਂ ਨੂੰ 1 ਰੁਪਏ ਏਕੜ ਤੇ ਦੇਣ ਦੀ ਤਿਆਰੀ ਕੀਤੀ ਜਾ ਰਹੀ। ਹੁਣ ਜਿਵੇਂ 1 ਰੁਪਏ ਦੀ ਤੁਸੀਂ ਗੱਲ ਕਰ ਰਹੇ ਹੋ, ਹੁਣ ਪਿੱਛੇ ਇਹ ਚਿਮਨੀਆਂ ਨੇ, ਇਹ ਸ਼ਾਇਦ ਮੈਨੂੰ ਲੱਗਦਾ ਜੋ ਦਰਸ਼ਕ ਦੇਖਦੇ ਨੇ ਇਹ ਆਖਰੀ ਵੀਡੀਓ ਹੋ ਸਕਦੀ ਹੈ, ਆਖਰੀ ਤਸਵੀਰ ਹੋ ਸਕਦੀ ਹੈ ਚਿਮਨੀਆਂ ਦੀ, ਉਸ ਤੋਂ ਬਾਅਦ ਡਿੱਗ ਵੀ ਸਕਦੀਆਂ ਨੇ। ਕਿੰਨੀ ਏਕੜ ਥਰਮਲ ਦੀ ਹੈਗੀ ਹੈ, ਥਰਮਲ ਪਲਾਂਟ ਦੀ ਕਿੰਨੀ ਏਕੜ ਜ਼ਮੀਨ ਹੈ ਜੋ ਸਰਕਾਰ 1 ਰੁਪਏ ਏਕੜ ਦੇ ਉੱਤੇ ਦੇਣ ਜਾ ਰਹੀ ਹੈ? ਤੁਸੀਂ ਕਹਿੰਦੇ ਹੋ ਵੀ ਟਾਟਾ ਵਾਲੇ ਨੇ ਸਰਵੇ ਕੀਤਾ, ਜੇ ਪ੍ਰਾਈਵੇਟ ਪਲੇਅਰ ਇੱਥੇ ਜ਼ਮੀਨ ਚਲੀ ਜਾਂਦੀ ਹੈ, ਕਿਸਾਨ ਇਸੇ ਗੱਲ ਦੀ ਤਾਂ ਲੜਾਈ ਲੜਦੇ ਨੇ ਦਿੱਲੀ 'ਚ ਬੈਠ ਕੇ। ਇਹ 1350 ਏਕੜ ਹੈ ਜਿਹੜੀ 1 ਰੁਪਏ ਏਕੜ ਦੇ ਉੱਤੇ ਉਹਨਾਂ ਨੇ ਲੀਜ਼ ਟੈਂਡਰ ਪਾਇਆ ਸੀਗਾ ਫਾਰਮਾਸਿਊਟੀਕਲ ਪਾਰਕ ਨੂੰ। ਇਹ ਜਿਹੜੀਆਂ ਤੁਸੀਂ ਇਹ ਟਾਵਰਸ ਦੀ ਗੱਲ ਕਰਦੇ ਹੋ, ਬੇਸ਼ੱਕ ਉਹ ਕਹਿ ਰਿਹਾ ਕਿ ਅਸੀਂ ਟਾਵਰ ਇਹ ਨਿਸ਼ਾਨੀ ਵਜੋਂ ਰੱਖਾਂਗੇ, ਪਰ ਮੈਂ ਯਕੀਨ ਨਹੀਂ ਕਰਦਾ, ਕਿਉਂਕਿ ਜਿਹੜਾ ਫਾਈਨਾਂਸ ਮਿਨਿਸਟਰ ਇੱਥੋਂ ਦਾ MLA ਜੀ ਦੀ ਡਿਊਟੀ ਸੀ ਕਿ ਉਹ ਜਦੋਂ ਬੋਰਡ ਆਫ ਡਾਇਰੈਕਟਰ ਨੇ ਇਹਨਾਂ ਨੂੰ ਜਿਹੜਾ ਭੇਜਿਆ ਸੀਗਾ, ਉਹਨਾਂ ਨੇ ਰਿਕਮੈਂਡ ਕਰਕੇ ਭੇਜਿਆ ਸੀ ਵੀ ਇਹਨੂੰ ਬਾਇਓਮਾਸ ਪਲਾਂਟ ਤੇ ਪਰਾਲੀ ਨਾਲ ਚਲਾਇਆ ਜਾ ਸਕਦਾ ਹੈ। ਉਹਦੀ ਜਿਹੜੀ ਬਿਜਲੀ ਹੈ 4 ਰੁਪਏ ਯੂਨਿਟ ਪਊਗੀ, ਨਾਲੇ ਜਿਹੜੀ ਹੈ ਸਾਡੇ ਜਿਹੜਾ ਧੂਏ ਦਾ ਰੌਲਾ ਪੈਂਦਾ ਹਰ ਵਾਰ ਉਹ ਖਤਮ ਹੋ ਜਾਊਗਾ ਔਰ ਕਿਸਾਨਾਂ ਨੂੰ ਪਰਾਲੀ ਤੋਂ ਆਮਦਨ ਵੀ ਹੋਊਗੀ। ਉਹ ਇਹਨਾਂ ਨੇ ਬਜਾਏ ਇਸ ਦੇ ਉਸ ਦੀ ਪੈਰਵਾਈ ਕਰਦੇ ਇਹਨਾਂ ਨੇ 7 ਰੁਪਏ ਯੂਨਿਟ ਦੀ ਕਹਿ ਕੇ ਕਿ ਇਹ ਸਾਨੂੰ ਮਹਿੰਗੀ ਪੈਂਦੀ ਹੈ, ਇਸ ਨੂੰ ਵੇਚਤਾ। ਔਰ ਇੱਥੇ ਜਿਹੜੇ ਇੰਜੀਨੀਅਰਸ ਦਾ ਗਰੁੱਪ ਸੀ ਉਹਨਾਂ ਨੇ ਇਹ ਵੀ ਪ੍ਰਪੋਜ਼ਲ ਦਿੱਤੀ ਸੀ ਕਿ ਅਗਰ ਇੱਥੇ 800 ਏਕੜ 'ਚੋਂ ਜਿੱਥੇ ਸਵਾਰ ਸਿੱਟੀ ਜਾਂਦੀ ਐਸ਼ ਹੈ 400 ਏਕੜ ਦੇ ਵਿੱਚ ਇੱਕ ਸੋਲਰ ਸਿਸਟਮ ਲਾ ਲਿਆ ਜਾਵੇ, ਉਹ 2.5 ਰੁਪਏ ਪਰ ਏਕੜ ਸਾਨੂੰ ਯੂਨਿਟ ਪਏਗਾ। ਪਰ ਇਹਨਾਂ ਮੰਨਿਆ ਨਹੀਂ ਗਿਆ, ਕਾਰਨ ਸੀ ਕਿ ਇਹਦੇ ਇੰਟੀਰੀਅਰ ਜਿਹੜੇ ਮੋਟਿਵ ਹੈ, ਨੀਅਤ ਹੈ, ਉਹ ਸਾਫ਼ ਨਹੀਂ ਸੀ। ਸਮਾਨ ਕਿੱਥੇ ਗਿਆ ਜੋ ਇਹਦਾ ਫਿੱਟ ਕੀਤਾ ਸੀ? ਇਹ ਜੀ 750 ਕਰੋੜ ਰੈਨੋਵੇਟ ਕੀਤਾ ਔਰ ਉਸ ਤੋਂ ਪਹਿਲਾਂ ਦਾ ਜਿਹੜਾ ਸਮਾਨ ਸੀ 164 ਕਰੋੜ ਰੁਪਏ ਦੇ ਵਿੱਚ ਇਹਨਾਂ ਨੇ ਨਿਲਾਮ ਕਰਤਾ। ਔਰ ਮੈਂ ਸਮਝਦਾ ਜਿਹੜਾ ਹਜੇ ਕੁਝ ਸਮਾਨ ਐਸਾ ਸੀ ਜਿਹੜਾ ਹਜੇ ਤੱਕ ਵਰਤਿਆ ਹੀ ਨਹੀਂ ਸੀ ਗਿਆ, ਪਲਾਂਟ ਚਲਾਇਆ ਹੀ ਨਹੀਂ। ਸਾਨੂੰ ਜਿਹੜੇ ਮੁਲਾਜ਼ਮ ਦੱਸਦੇ ਆ ਉਹ ਕਹਿੰਦੇ ਇੱਥੇ ਤਾਂ 2.5 ਕਰੋੜ ਦੇ 1.5 ਕਰੋੜ ਦੇ ਬੈਰਿੰਗ ਪਏ ਆ, ਇੱਥੇ ਵਾਟਰ ਟਰੀਟਮੈਂਟ ਪਲਾਂਟ ਹੈ, ਮੈਂ ਕਨਫਰਮ ਨਹੀਂ, ਮੈਨੂੰ ਦੱਸਿਆ ਵੀ ਉਹ 1.25 ਲੱਖ ਤੋਂ ਉੱਤੇ ਦਾ ਸੀਗਾ ਪ੍ਰੋਜੈਕਟ ਤੇ ਉਹ 20 ਹਜ਼ਾਰ ਦੇ ਵਿੱਚ ਜਿਹੜੀਆਂ ਮੋਟਰਾਂ ਇੱਥੋਂ ਚੁਕਾਤੀਆਂ। ਮੈਂ ਸਗੋਂ ਚਾਹੁੰਦਾ ਕਿ ਮੇਰਾ ਇੰਨੀ ਪਹੁੰਚ ਨਹੀਂ ਕਿ ਮੈਂ RTI ਦੇ ਵਿੱਚ ਸਾਰਾ ਕੁਝ ਲੈ ਸਕਾਂ। ਜਿਹੜੀ ਪੱਤਰਕਾਰ ਬਰਾਦਰੀ ਆ, ਜਿਹੜਾ RTI ਐਕਟਿਵਿਸਟ ਹੈਗੇ, ਉਹਨਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਦੋਂ ਇਹ ਪਲਾਂਟ ਬੰਦ ਕੀਤਾ ਉਦੋਂ ਕਿੰਨੇ ਕਰੋੜ ਦਾ ਸਮਾਨ ਇਹਦੇ ਵਿੱਚ ਪਿਆ ਸੀ। ਉਹ ਜਿਹੜਾ ਲਾਸ 500-600 ਕਰੋੜ ਰੁਪਏ ਦਾ ਹੋਇਆ, ਉਸ ਨੂੰ ਕੌਣ ਖਾ ਗਿਆ? ਉਹ ਲੋਕਾਂ ਦੀ ਸਿੱਧੀ ਉਂਗਲ ਜਿਹੜੇ ਸੱਤਾਧਾਰੀ ਧਿਰ ਹੈ ਅੱਜ ਜਿਹੜੀ ਸਰਕਾਰ ਨੂੰ ਚਲਾ ਰਹੀ ਹੈ ਉਹਨਾਂ ਵੱਲ ਉੱਠਦੀ ਹੈ। ਕਹਿੰਦਾ ਖਜ਼ਾਨਾ ਖਾਲੀ ਹੁੰਦਾ ਹੈ, 160 ਕਰੋੜ ਰੁਪਏ ਦਾ ਇੱਥੋਂ ਕਮਾ ਲਿਆ ਸਰਕਾਰ ਨੇ, ਜੇ ਸਰਕਾਰ ਨੇ ਆਪਦੇ ਹਿਸਾਬ ਨਾਲ ਸਰਕਾਰੀ ਤੌਰ ਤੇ ਵੇਚਿਆ ਹੋਊਗਾ। ਦੂਸਰੇ ਪਾਸੇ ਕਹਿੰਦੇ ਖਜ਼ਾਨਾ ਖਾਲੀ ਹੈ। ਹੁਣ ਮੇਰਾ ਸਵਾਲ ਹੈ ਕਿ ਇਸ ਚਿਮਨੀਆਂ ਦੇ ਵਿੱਚੋਂ ਧੂੰਆਂ ਕੱਢਣ ਦੀ ਗੱਲ ਕਰਦੇ ਸੀ, ਮਨਪ੍ਰੀਤ ਬਾਦਲ ਸਟੇਟਮੈਂਟ ਸੀ 17 ਦੇ ਵਿੱਚ, ਇਹ ਉਸੇ ਪੁੱਲ ਤੋਂ ਕਹਿੰਦੇ ਹੁੰਦੇ ਸੀ ਜਾਂਦੇ ਕਿ ਮੈਂ ਇਸ ਚਿਮਨੀਆਂ ਵਿੱਚ ਧੂੰਆਂ ਨਿਕਲਦੇ ਦੇਖਣਾ ਚਾਹੁੰਦਾ। ਚਿਮਨੀਆਂ ਵਿੱਚ ਧੂੰਆਂ ਤਾਂ ਨਿਕਲਿਆ ਨਹੀਂ, ਚਿਮਨੀਆਂ ਦਾ ਧੂੰਆਂ ਨਿਕਲ ਗਿਆ। ਹੁਣ ਉਹ ਸਟੇਟਮੈਂਟ ਦੁਬਾਰਾ ਫਿਰ ਇਲੈਕਸ਼ਨ ਨੇ, ਹੁਣ ਕਹਿ ਸਕਣਗੇ ਮੈਂ ਧੂੰਆਂ ਕੱਢਣਾ ਚਿਮਨੀਆਂ 'ਚੋਂ? ਇਹ ਜੀ ਹੁਣ ਇੱਕ ਨਵਾਂ ਗੱਪ ਕੋਈ ਤਿਆਰ ਕਰਨਗੇ, ਜਿਵੇਂ ਫਾਰਮਾਸਿਊਟੀਕਲ ਪਾਰਕ ਦਾ, ਬਹੁਤ ਛਾਤਰ ਹੈ ਇਸ ਕੰਮ ਦੇ ਵਿੱਚ, ਮੁਕਾਬਲਾ ਨਹੀਂ ਉਹਨਾਂ ਦਾ, ਕੋਈ ਸ਼ੇਅਰ ਝੂਠ ਸੁਣਾ ਕੇ ਚਲਾ ਲੈਂਦੇ ਆ ਕੰਮ। ਪਰ ਸਵਾਲ ਇਸ ਚੀਜ਼ ਦਾ, ਉਹ ਇਕੱਲਾ ਇਹ ਨਹੀਂ ਕਹਿੰਦੇ ਸੀ ਮੈਂ ਚਿਮਨੀਆਂ ਧੂੰਆਂ ਕੱਢੂੰਗਾ, ਉਹ ਕਹਿੰਦੇ ਸੀ ਮੇਰੇ ਅੱਖਾਂ 'ਚ ਆਂਸੂ ਆਉਂਦੇ ਆ ਜਦੋਂ ਮੈਂ ਚਿਮਨੀਆਂ ਦੇ ਵਿੱਚ ਬੰਦ ਪਈਆਂ ਚਿਮਨੀਆਂ ਵੇਖਦਾ। ਮੈਂ ਇਹਨਾਂ 'ਚ ਧੂੰਆਂ ਨਿਕਲਦਾ ਵੇਖਣਾ ਚਾਹੁੰਦਾ। ਮੈਂ ਚਾਹੁੰਦਾ ਲੋਕਾਂ ਨੂੰ ਰੁਜ਼ਗਾਰ ਮਿਲੇ, ਉਹਨਾਂ ਦੇ ਚੁੱਲ੍ਹੇ ਦੇ ਵਿੱਚ ਆਮਦਨ ਹੋਵੇ, ਉਹ ਚੰਗਾ ਜੀਵਨ ਜਿਉ ਸਕਣ। ਪਰ ਅਸਲ ਗੱਲ ਇਹ ਸੀ ਉਸ ਨੂੰ ਉਹਦੇ ਅੱਖਾਂ 'ਚੋਂ ਆਂਸੂ ਨਹੀਂ ਮਗਰਮੱਛ ਦੇ ਆਂਸੂ ਸੀ, ਉਹ ਗੁੱਸੇ ਦੇ ਆਂਸੂ ਸੀ। ਉਹ ਸੋਚਦਾ ਸੀ ਵੀ ਜੇ ਮੈਂ ਉਦੋਂ ਸਰਕਾਰ ਦੇ ਵਿੱਚੋਂ ਬਾਹਰ ਨਾ ਆਉਂਦਾ ਤੇ ਇਹਦਾ ਭੋਗ ਮੈਂ ਪਹਿਲੀ ਸਰਕਾਰ ਵੇਲੇ ਪਾ ਦੇਣਾ ਸੀ, ਪਰ ਜੇ ਹੁਣ ਮੌਕਾ ਮਿਲ ਗਿਆ ਹੁਣ ਨਹੀਂ ਛੱਡੂੰਗਾ। ਉਹੀ ਉਹਨੇ ਆਪਦਾ ਵਾਅਦਾ ਪੂਰਾ ਕਰਤਾ। ਜੇ ਕੋਈ ਵੀ ਸਰਕਾਰ ਕਹਿੰਦੀ ਹੈ ਵੀ ਬਿਜਲੀ ਦੇ ਰੇਟ ਘੱਟ ਹੋਣੇ ਚਾਹੀਦੇ ਨੇ, ਜੇ ਸਰਕਾਰੀ ਥਰਮਲ ਪਲਾਂਟ ਹੀ ਬੰਦ ਹੋਣਗੇ, ਲੱਗਦਾ ਬਿਜਲੀ ਦੇ ਰੇਟ ਘੱਟ ਹੋਣਗੇ। ਇਹ ਮਿਸਾਲ ਹੈ, ਇਹ ਪੰਜਾਬ ਦੇ ਲੋਕਾਂ ਲਈ ਮਿਸਾਲ ਹੈ ਵੀ ਇਹ ਥਰਮਲ ਪਲਾਂਟ ਬੰਦ ਹੈ। ਜੇ ਹੋਰ ਵੀ ਸਰਕਾਰੀ ਬੰਦ ਹੋ ਗਏ ਫਿਰ ਆਉਣ ਵਾਲੇ ਦਿਨਾਂ ਵਿੱਚ ਆਸ ਕੀਤੀ ਜਾ ਸਕਦੀ ਹੈ ਬਿਜਲੀ ਦੇ ਰੇਟ ਘੱਟ ਹੋਣਗੇ। ਦੇਖੋ, ਜਿਹੜਾ ਵੀ ਪ੍ਰਾਈਵੇਟ ਪਲੇਅਰ ਹੈ, ਕੋਈ ਕਾਰਪੋਰੇਟ ਘਰਾਣਾ ਹੈ, ਉਹ ਆਪਦੇ ਘਾਟੇ ਵਾਸਤੇ ਪੰਜਾਬ 'ਚ ਕੋਈ ਬਿਜ਼ਨਸ ਨਹੀਂ ਕਰਦਾ। ਅਗਰ ਉਹ ਪ੍ਰਾਈਵੇਟ ਪਲਾਂਟ ਉਹਨਾਂ ਨੇ ਲਾਏ ਹੈ
ਸਭ ਤੋਂ ਪਹਿਲਾਂ ਉਹਨਾਂ ਦਾ ਟੀਚਾ ਸੀ ਕਿ ਜਿਹੜੇ ਪਬਲਿਕ ਸੈਕਟਰ ਦੇ ਅਦਾਰੇ ਉਹਨਾਂ ਨੂੰ ਬੰਦ ਕੀਤਾ ਜਾਵੇ। ਸਰਕਾਰੀ ਹਾਂ, ਜਿਹੜੇ ਸਸਤੀ ਬਿਜਲੀ ਪੈਦਾ ਕਰਦੇ ਆ ਸਰਕਾਰੀ ਅਦਾਰੇ, ਇਸ ਲਈ ਪ੍ਰਾਈਵੇਟ ਅਦਾਰੇ ਤਾਂ ਹੀ ਆਪਣੀ ਬਿਜਲੀ ਮਹਿੰਗੇ ਭਾਅ ਵੇਚ ਸਕਣਗੇ। ਇਹੀ ਕਾਰਨ ਹੈ ਅੱਜ ਪੰਜਾਬ ਦੇ ਵਿੱਚ ਬਿਜਲੀ ਮਹਿੰਗੀ ਹੈ, ਇੰਡਸਟਰੀ ਇੱਥੋਂ ਭੱਜੀ ਜਾ ਰਹੀ ਹੈ, ਪੰਜਾਬ ਦੀ ਆਰਥਿਕਤਾ ਤੇ ਬੁਰਾ ਅਸਰ ਪੈ ਰਿਹਾ। ਮੇਰਾ ਇੱਕ ਆਖਰੀ ਸਵਾਲ ਹੈ ਕਿ ਲੋਕ ਕਹਿ ਦਿੰਦੇ ਨੇ, ਹੁਣ ਜਿਵੇਂ ਕਹਿੰਦੇ ਨੇ, ਤੁਸੀਂ ਖੁਦ ਜ਼ਿਕਰ ਕਰ ਰਹੇ ਹੋ ਵੀ ਇੱਥੇ ਕਲੋਨੀਆਂ ਦਾ ਵੀ ਜ਼ਿਕਰ ਹੋ ਗਿਆ ਸੀ ਵੀ ਕਟਰੀਆਂ ਨੇ, ਅਲੱਗ-ਅਲੱਗ ਤਰੀਕੇ ਨਾਲ ਚਰਚਾ ਬਣੀ ਹੋਈ ਸੀ, ਪਰ ਸਪਸ਼ਟ ਨਹੀਂ ਹੋ ਪਾਇਆ। ਤੁਸੀਂ ਕਹਿੰਦੇ ਪ੍ਰਾਈਵੇਟ ਕੰਪਨੀਆਂ ਵਾਲੇ ਵੀ ਆ ਕੇ ਇੱਥੇ ਮੁਆਇਨਾ ਕਰਕੇ ਚਲੇ ਗਏ ਨੇ। ਕੱਲ੍ਹ ਨੂੰ ਇਹ ਚਿਮਨੀਆਂ ਢਾਹ ਕੇ ਪ੍ਰਾਈਵੇਟ ਕੰਪਨੀ ਨੂੰ ਦੇ ਦਿੱਤੀਆਂ ਜਾਂਦੀਆਂ ਨੇ, ਫਿਰ ਇਹੀ ਸਰਕਾਰ, ਚਾਹੇ ਸੱਤਾ ਵਿੱਚ ਕੋਈ ਵੀ ਸਰਕਾਰ ਹੋਵੇ, ਲੱਗਦਾ ਵੀ ਵਾਕਈ ਲੋਕਾਂ ਨਾਲ ਖੜੀ ਕਿ ਪ੍ਰਾਈਵੇਟ ਕੰਪਨੀਆਂ ਨਾਲ ਖੜੀ ਹੈ। ਦੂਸਰੇ ਪਾਸੇ ਕਿਸਾਨੀ ਮੋਰਚਾ ਲੱਗਿਆ ਹੋਇਆ ਹੈ। ਸਵਾਲ ਕਿਸਾਨੀ ਮੋਰਚੇ ਦਾ ਇਹੀ ਹੈ ਵੀ ਪ੍ਰਾਈਵੇਟ ਹੱਥਾਂ ਦੇ ਕੋਲ ਅਸੀਂ ਜ਼ਮੀਨ ਨਹੀਂ ਜਾਣ ਦੇਣਾ ਚਾਹਦੀ। ਜੇ ਸਾਡੀ ਆਪਦੀ ਸਰਕਾਰ ਇਹ ਕਰਨ ਲੱਗ ਪਈ, ਫਿਰ ਮੋਦੀ ਤੋਂ ਵੀ ਅਸੀਂ ਆਸ ਹੀ ਰੱਖ ਸਕਦੇ ਹਾਂ ਵੀ ਉਹ ਵੀ ਤਾਂ ਪ੍ਰਾਈਵੇਟ ਹੱਥਾਂ ਵਿੱਚ ਦਊਗਾ ਜ਼ਮੀਨ। ਦੇਖੋ, ਜਿਹੜੀ ਸਰਕਾਰ ਹੈ ਨਾ, ਇਹ ਮਾਂ ਪਿਓ ਹੁੰਦੀ ਹੈ, ਇਸ ਨੇ ਸਾਰੇ ਹਿੱਤ ਦੇਖਣੇ ਆ। ਮੈਂ ਤੁਹਾਨੂੰ ਪੰਜਾਬੀ ਦੇ ਵਿੱਚ ਪੰਜਾਬ ਦੀ ਗੱਲ ਦੱਸਦਾ। ਜਿਹੜਾ ਮਾਂ ਪਿਓ ਆਪਦੀ ਜਾਇਦਾਦ ਵੇਚ ਕੇ ਬੱਚਿਆਂ ਨੂੰ ਕਹੇ ਮੈਂ ਤੈਨੂੰ ਐਸ਼ ਕਰਾਉਣਾ, ਉਹਦੀ ਆਉਣ ਵਾਲੀ ਨਸਲਾਂ ਜਿਹੜੀਆਂ ਉਹ ਚੱਲ ਨਹੀਂ ਸਕਦੀਆਂ। ਇਹ ਸਰਕਾਰ ਇਹੀ ਕਰ ਰਹੀ ਹੈ ਥਰਮਲ ਪਲਾਂਟ ਵਿੱਚ, ਇਹੀ ਕਰ ਰਹੀ ਹੈ ਸਰਕਾਰ, ਥਰਮਲ ਪਲਾਂਟ ਵੇਚ ਕੇ। ਚਾਹੀਦਾ ਹੈ ਸੀ ਇੱਥੇ ਰੁਜ਼ਗਾਰ ਦੇ ਸਾਧਨ ਹੋਰ ਪੈਦਾ ਹੁੰਦੇ, ਉਹ ਖਤਮ ਕੀਤੇ ਜਾ ਰਹੇ ਆ। ਤੁਸੀਂ ਸਾਰੀ ਗੱਲ ਮੈਂ ਸੁਣੀ ਹੈ। ਇਹ ਥਰਮਲ ਪਲਾਂਟ ਹੈ, ਸ਼ਾਇਦ ਤੁਸੀਂ ਆਖਰੀ ਵੀਡੀਓ ਦੇਖ ਰਹੇ ਹੋਵੋਗੇ ਇਸ ਥਰਮਲ ਪਲਾਂਟ ਦੀ। ਇਹ ਟੁੱਟ ਸਕਦਾ ਕਦੀ ਵੀ। ਸਰਕਾਰ ਤਾਂ ਕਹਿ ਰਹੀ ਹੈ, ਜਿਵੇਂ ਹੁਣ ਸਰ ਨੇ ਗੱਲ ਕੀਤੀ ਹੈ ਵੀ ਸਰਕਾਰ ਤਾਂ ਕਹਿ ਰਹੀ ਵੀ ਅਸੀਂ ਨਿਸ਼ਾਨੀ ਦੇ ਤੌਰ ਤੇ ਖੜੇ ਰੱਖਾਂਗੇ, ਪਰ ਯਕੀਨ ਨਹੀਂ ਇਹਨਾਂ ਨੂੰ ਕਿ ਨਿਸ਼ਾਨੀ ਦੇ ਤੌਰ ਤੇ ਵੀ ਥਰਮਲ ਪਲਾਂਟ ਇੱਥੇ ਰਹਿ ਸਕਣ, ਕਿਉਂਕਿ 1 ਰੁਪਏ ਲੀਜ਼ ਤੇ ਦੇਣ ਦੀ ਗੱਲ ਹੋਈ ਸੀ 1 ਏਕੜ, ਤੇ ਦੂਸਰੇ ਪਾਸੇ ਇਹਨਾਂ ਨੇ ਦੋ ਚੀਜ਼ਾਂ ਦਾ ਜ਼ਿਕਰ ਕੀਤਾ, ਇੱਕ ਸੀਮੈਂਟ ਫੈਕਟਰੀ ਤੇ ਇੱਕ ਹਸਪਤਾਲ ਦੀ, ਉਹ ਵੀ ਬਾਦਲ ਸਰਕਾਰ ਵੇਲੇ। ਸਰ ਦੋਨੋਂ ਚੀਜ਼ਾਂ ਬਾਦਲ ਸਰਕਾਰ ਵੇਲੇ ਹੋ ਗਈਆਂ। ਸਰਕਾਰ ਵੇਲੇ ਦੋਨੋਂ ਚੀਜ਼ਾਂ ਬਾਦਲ ਸਰਕਾਰ ਵੇਲੇ ਹੋਈਆਂ, ਕਿਉਂਕਿ ਉਤਲੇ ਪੱਧਰ ਤੇ ਕਾਰਪੋਰੇਟ ਘਰਾਣੇ ਨਾਲ ਰਲੇ ਹੋਏ ਆ ਇਹ। ਜਦੋਂ ਸੁਣਿਆ ਕਿ ਸੀਮੈਂਟ ਦੀ ਫੈਕਟਰੀ ਤੇ ਇੱਕ ਹਸਪਤਾਲ ਨੂੰ 1 ਰੁਪਏ ਲੀਜ਼ ਤੇ ਦਿੱਤਾ ਗਿਆ ਸੀ ਏਕੜ, ਉਸ ਦੇ ਬਾਵਜੂਦ ਹੁਣ ਵਾਦੀ ਥਰਮਲਾਂ ਦੀ ਆ, ਇਸ ਨੂੰ ਵੀ ਲੀਜ਼ ਉੱਪਰ ਦਿੱਤਾ ਜਾਊਗਾ। ਚਿਮਨੀਆਂ ਤੋੜ ਕੇ ਲਗਭਗ 1300-1400 ਏਕੜ ਜ਼ਮੀਨ ਹੈ। ਹੁਣ ਸਵਾਲ ਇਹ ਬਣਦਾ ਕਿ ਜਿਹੜੀ ਸਰਕਾਰ, ਚਾਹੇ ਅਕਾਲੀਆਂ ਦੀ ਹੈ ਚਾਹੇ ਕਾਂਗਰਸੀਆਂ ਦੀ ਹੈ, ਇਹ ਕਹਿੰਦੀ ਹੈ ਕਿ ਅਸੀਂ ਬਿਜਲੀ ਦੇ ਰੇਟ ਘੱਟ ਕਰਾਂਗੇ, ਫਿਰ ਥਰਮਲ ਪਲਾਂਟ ਕਿਉਂ ਬੰਦ ਹੋਣ ਜਾ ਰਿਹਾ? 7 ਸਾਲ ਹੋ ਗਏ ਨੇ, 4.5 ਸਾਲ ਇਸ ਸਰਕਾਰ ਦੇ ਨੇ ਤੇ 3 ਸਾਲ ਪਿਛਲੇ ਸਰਕਾਰ ਦੇ ਨੇ। ਇਹ ਦੋਨੋਂ ਸਰਕਾਰਾਂ ਨੂੰ ਸਵਾਲ ਹੋਣੇ ਚਾਹੀਦੇ ਨੇ ਕਿ ਜੇ ਬਿਜਲੀ ਦੇ ਪਲਾਂਟ ਹੀ ਬੰਦ ਕਰਨੇ ਸੀ, ਫਿਰ ਕਿਹੜੀ ਸਰਕਾਰ ਸਸਤੀ ਬਿਜਲੀ ਦੇਣ ਦੀ ਗੱਲ ਕਰਦੀ ਹੈ? ਉਹ ਦੂਸਰੀ ਗੱਲ, ਜੇ ਇਹ ਲੀਜ਼ ਤੇ ਦੇਣੀ ਹੈ ਤੇ ਕਿਹਨਾਂ ਨੂੰ ਲੀਜ਼ ਤੇ ਦੇਣੀ ਚਾਹੀਦੀ ਹੈ ਜ਼ਮੀਨ? ਪ੍ਰਾਈਵੇਟ ਪਲੇਅਰਾਂ ਨੂੰ ਕਿ ਆਮ ਲੋਕਾਂ ਨੂੰ ਜੋ ਇੱਥੇ ਕੰਮ ਕਰ ਸਕਣ? ਪਹਿਲੀ ਗੱਲ, ਇਹ ਤਾਂ ਬੰਦ ਹੀ ਨਹੀਂ ਹੋਣਾ ਚਾਹੀਦਾ ਸੀ। ਸਰਕਾਰ ਨੇ ਜੇ ਬੰਦ ਕਰਤਾ, ਸਮਝ ਲਓ ਕਿ ਬਿਜਲੀ ਦੇ ਰੇਟ ਵੱਧ ਜਾਣਗੇ, ਔਰ ਵਧੇ ਵੀ ਨੇ ਕਿਉਂਕਿ ਪ੍ਰਾਈਵੇਟ ਪਲੇਅਰ ਆ ਗਏ ਨੇ। ਸਵਾਲ ਕਰ ਲਿਆ ਜੇ, ਸਵਾਲ ਤੁਹਾਡੇ ਭਵਿੱਖ ਦਾ, ਆਉਣ ਵਾਲੇ ਫਿਊਚਰ ਦਾ, ਸਵਾਲ ਤੁਹਾਡੇ ਆਉਣ ਵਾਲੀਆਂ ਨਸਲਾਂ ਦਾ। ਇਹ ਉਦਾਹਰਨ ਹੈ ਥਰਮਲ ਪਲਾਂਟ ਵੀ ਕਿਵੇਂ ਹੁਣ ਇਸ ਨੂੰ ਵੇਚਿਆ ਜਾਊਗਾ ਟੁਕੜੇ ਕਰਕੇ। ਨਾ ਸਵਾਲ ਕੀਤੇ ਤਾਂ ਵਾਦੀ ਤੁਹਾਡੀ ਵੀ ਆ ਜਾਣੀ ਹੈ ਕੱਲ੍ਹ ਨੂੰ। ਤਾਂ ਪੰਜਾਬ ਨਿਊਜ਼ ਨਾਲ ਜੁੜੇ ਰਹਿਣਾ, ਪੇਜ ਨੂੰ ਲਾਈਕ ਕਰਨਾ, ਵੀਡੀਓ ਸ਼ੇਅਰ ਕਰਨਾ ਤਾਂ ਕਿ ਦੂਜੇ ਤੱਕ ਵੀ ਜਾਣਕਾਰੀ ਪਹੁੰਚ ਸਕੇ।